ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਮਸੀਹ ਵਿੱਚ ਪਿਆਰਿਓ, ਆਮ ਸਮੇਂ ਦਾ 19ਵਾਂ ਰਵਿਵਾਰ ਵਿੱਚ ਅਸੀਂ ਆਪਣਾ ਕਦਮ ਰੱਖਿਆ ਹੈ। ਪਿਆਰਿਓ, ਇਨ ਦਿਨਾਂ ਦੇ ਵਿੱਚ ਅਸੀਂ ਖਾਸ ਤੌਰ 'ਤੇ ਸਾਡੀ ਈਮਾਨ ਭਰੀ ਯਾਤਰਾ ਵਿੱਚ ਮਜ਼ਬੂਤ ਹੋਣ ਲਈ ਸਾਨੂੰ ਕੀ ਜ਼ਰੂਰਤ ਹੈ, ਲੋੜ ਹੈ, ਉਹਦੇ ਬਾਰੇ ਅਸੀਂ ਦੇਖ ਕੇ ਆ ਰਹੇ ਹਾਂ। ਜੀ ਹਾਂ ਪਿਆਰਿਓ, ਆਮ ਸਮੇਂ ਦਾ 19ਵਾਂ ਐਤਵਾਰ ਅਸਾਂ ਸਾਰਿਆਂ ਨੂੰ ਪ੍ਰਭੂ ਦੇ ਉੱਤੇ ਈਮਾਨ ਰੱਖਣ ਦੇ ਲਈ ਸਭ ਤੋਂ ਪਹਿਲਾਂ ਸਾਡੇ ਲਈ ਜੋ ਮਹੱਤਵਪੂਰਨ ਜ਼ਰੂਰੀ ਹੈ, ਲੋੜ ਹੈ, ਖੁਦਾ ਦੇ ਨਾਲ ਜੀਵਨ ਬਿਤਾਉਣਾ। ਇਸ ਕਹਾਵਤ ਨੂੰ ਤੁਸੀਂ ਸੁਣੇ ਹੋਵੋਗੇ, ਜਿਹੜੇ ਖੁਦਾ ਨੇ ਇਸ ਸੰਸਾਰ ਨੂੰ ਇਸ ਹੱਥਾਂ ਦੇ ਨਾਲ ਹਿਲਾਇਆ ਹੈ, ਜਿਹੜੇ ਖੁਦਾ ਨੇ ਇਸ ਸੰਸਾਰ ਨੂੰ ਇਹ ਆਪਣੇ ਹੱਥਾਂ ਨਾਲ ਹਿਲਾਇਆ ਹੈ, ਉਸ ਖੁਦਾ ਨੂੰ ਪ੍ਰਾਰਥਨਾ ਦੀ ਜ਼ਿੰਦਗੀ ਰਾਹੀਂ ਉਸ ਖੁਦਾ ਦੇ ਹੱਥ ਨੂੰ ਅਸੀਂ ਹਿਲਾ ਸਕਦੇ ਹਾਂ। ਇਸ ਲਈ ਪਿਆਰਿਓ, ਤੁਸੀਂ ਯਾਦ ਰੱਖੋ, ਪ੍ਰਭੂ ਦੇ ਨਾਲ ਜੁੜਨ ਲਈ, ਮੇਲ ਹੋਣ ਲਈ ਪ੍ਰਾਰਥਨਾਮਈ ਜ਼ਿੰਦਗੀ ਦੇ ਦੌਰਾ ਅਸੀਂ ਉਸ ਈਮਾਨ ਭਰੀ ਯਾਤਰਾ ਵਿੱਚ ਮਜ਼ਬੂਤ ਹੋ ਕਰ ਉਸ ਪਹਾੜ ਨੂੰ ਵੀ ਅਸੀਂ ਹਿਲਾ ਸਕਦੇ ਹਾਂ। ਨਾਲ ਹੀ ਉਸ ਸੱਚੇ ਖੁਦਾ ਦੀ ਆਰਾਧਨਾ ਵਿੱਚ ਸ਼ਾਮਿਲ ਹੋ ਕਰ ਅਸੀਂ ਖੁਦਾ ਦੀ ਵਰਦਾਨ ਨੂੰ ਮੰਗਣ ਦੀ ਇੱਕ ਵਰਦਾਨ ਮਿਲ ਜਾਂਦਾ ਹੈ। ਆਓ ਪਿਆਰਿਓ, ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਸੁਣ ਰਹੇ ਹਾਂ ਰਾਜਿਆਂ ਦੀਆਂ ਪਹਿਲੀ ਪੁਸਤਕ, ਉਹਦਾ 19 ਬਾਬ ਆਇਤ 9 ਤੋਂ ਲੈ ਕੇ 13 ਤੱਕ। ਏਲੀਆ ਨਬੀ ਪ੍ਰਭੂ ਨੂੰ ਦਰਸ਼ਨ ਪਾਉਂਦਾ ਹੈ, ਜਿਸ ਤਰ੍ਹਾਂ ਮੂਸਾ ਨਬੀ ਨੇ ਸੀਨਾ ਪਰਬਤ ਪਰ ਪ੍ਰਭੂ ਦੀ ਮਹਿਮਾ ਨੂੰ ਵੇਖਿਆ ਹੈ, ਉਸੇ ਤਰ੍ਹਾਂ ਏਲੀਆ ਨਬੀ ਪ੍ਰਭੂ ਦਾ ਦਰਸ਼ਨ ਪਾਉਂਦਾ ਹੈ। ਉਹ ਸੋਚਦਾ ਸੀ ਕਿ ਪ੍ਰਭੂ ਦਾ ਦਰਸ਼ਨ ਹਨੇਰੇ ਵਿੱਚ ਹੋਵੇਗਾ, ਭੂਚਾਲ ਵਿੱਚ ਹੋਵੇਗਾ, ਅੱਗ ਵਿੱਚ ਹੋਵੇਗਾ। ਨਹੀਂ ਪਿਆਰਿਓ, ਖੁਦਾ ਉਸ ਨੂੰ ਦਰਸ਼ਨ ਦਿੱਤੀ ਇੱਕ ਸ਼ਾਂਤ ਨਿੰਮੀ ਜਿਹੀ ਆਵਾਜ਼ ਦੇ ਨਾਲ। ਜੀ ਹਾਂ ਪਿਆਰਿਓ, ਸਾਡੇ ਮਨ ਵਿੱਚ, ਦਿਲ ਵਿੱਚ ਹੱਥ ਰੱਖ ਵੇਖੋ, ਜਿਸ ਤਰ੍ਹਾਂ ਦਿਲ ਦੀ ਧੜਕਣ ਟਪਕ ਟਪਕ ਕਰ ਰਹੀ ਹੈ, ਉਸਦੀ ਆਵਾਜ਼ ਜਿਵੇਂ ਸਾਨੂੰ ਉਹ ਆਵਾਜ਼ ਸੁਣ ਰਹੀ ਹੈ, ਉਸੇ ਤਰ੍ਹਾਂ ਸਾਡੇ ਅੰਤਰਦਮ ਦਿਲ, ਅੰਤਰਕਣ ਦੀ ਸਾਂਝ ਵਿੱਚ ਪ੍ਰਭੂ ਸਾਡੇ ਨਾਲ ਗੱਲਬਾਤ ਕਰਦਾ ਹੈ। ਜੇਕਰ ਅਸੀਂ ਉਸ ਪ੍ਰਭੂ ਦੀ ਆਵਾਜ਼ ਨੂੰ ਸੁਣਾਂਗੇ, ਜ਼ਰੂਰ ਪ੍ਰਭੂ ਜੀ ਦੀ ਮਰਜ਼ੀ ਮੁਤਾਬਕ ਅਸੀਂ ਜੀਵਨ ਗੁਜ਼ਾਰਾਂਗੇ। ਇਸ ਲਈ ਅਸੀਂ ਵੇਖਦੇ ਹਾਂ ਕਿਸ ਤਰ੍ਹਾਂ ਨਬੀਆਂ ਦੇ ਦੁਆਰਾ ਜੋ ਪ੍ਰਭੂ ਦੀ ਆਗਿਆ, ਜੋ ਪ੍ਰਭੂ ਦੀ ਯੋਜਨਾ ਉਹਨਾਂ ਨੂੰ ਦਿੱਤੇ ਗਏ ਸਨ, ਉਸ ਦੇ ਰਾਹੀਂ ਜੋ ਗੱਲਾਂ ਉਹਨਾਂ ਨੂੰ ਦੱਸਿਆ ਗਿਆ ਹੈ, ਉਹ ਗੱਲਾਂ ਨੂੰ ਸਾਡੇ ਸਾਹਮਣੇ ਉਹ ਸਾਂਝਾ ਕੀਤੇ ਨੇ। ਜੀ ਹਾਂ ਪਿਆਰਿਓ, ਹਰ ਦਿਨ ਹਰ ਪਲ ਅਸੀਂ ਪ੍ਰਭੂ ਦਾ ਦਰਸ਼ਨ ਪਾਉਣ ਲਈ ਤਰਸਦੇ ਹਾਂ। ਅਸੀਂ ਕਈ ਵਾਰ ਇਹ ਸੋਚਦੇ ਹਾਂ ਪ੍ਰਭੂ ਦਾ ਦਰਸ਼ਨ ਸਿਰਫ ਗਿਰਜਾਘਰ ਵਿੱਚ ਹੋਵੇਗਾ, ਜਾਂ ਕੋਈ ਤੀਰਥ ਸਥਾਨ ਦੇ ਵਿੱਚ ਹੋਵੇਗਾ, ਜਾਂ ਕਰਿਸ਼ਮਾਈ ਚੰਗਾਈ ਪ੍ਰਾਰਥਨਾ ਵਿੱਚ ਹੋਵੇਗਾ। ਨਹੀਂ ਪਿਆਰਿਓ, ਪ੍ਰਭੂ ਦੀ ਹਾਜ਼ਰੀ ਜ਼ਰੂਰ ਪ੍ਰਭੂ ਦਾ ਦਰਬਾਰ ਵਿੱਚ ਹੁੰਦਾ ਹੈ, ਮੈਂ ਇਹ ਨਹੀਂ ਕਹਿੰਦਾ, ਲੇਕਿਨ ਤੁਹਾਡੇ ਅੰਤਰਦਮ ਦਿਲ ਵਿੱਚ ਪ੍ਰਭੂ ਵਾਸ ਕਰਦਾ ਹੈ। ਉਹਦੀ ਆਵਾਜ਼ ਨੂੰ ਸੁਣੋ, ਉਹਦੀ ਆਵਾਜ਼ ਮੁਤਾਬਕ ਜ਼ਿੰਦਗੀ ਗੁਜ਼ਾਰੋ ਔਰ ਆਪਣੀ ਈਮਾਨ ਪਰ ਯਾਤਰਾ ਵਿੱਚ ਮਜ਼ਬੂਤ ਹੋਣ ਲਈ ਪ੍ਰਾਰਥਨਾ ਵਿੱਚ ਜ਼ਿੰਦਗੀ ਰਾਜ ਤੁਸੀਂ ਅੱਗੇ ਵਧਣਾ ਹੈ। ਇਸ ਲਈ ਸੰਤ ਪੌਲੁਸ ਰੋਮੀਆਂ ਦੇ ਪੱਤਰ 9 ਬਾਬ ਆਇਤ 1 ਤੋਂ 5 ਤੱਕ ਆਦੇ ਦੂਜੇ ਪਾਠ ਵਿੱਚ ਅਸੀਂ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਲੋਕ ਆਪਣੀ ਈਮਾਨ ਯਾਤਰਾ ਵਿੱਚ ਡਾਵਾਡੋਲ ਹੋਇਆ, ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦਿਆ, ਲੇਕਿਨ ਸੰਤ ਪੌਲੁਸ ਉਸ ਸੱਚੇ ਖੁਦਾ ਦਾ ਦਰਸ਼ਨ ਪਾਇਆ ਹੈ, ਉਸੇ ਸੱਚੇ ਪ੍ਰਭੂ ਦੀ ਆਰਾਧਨਾ ਸਿਰਜਣਾ ਵਿੱਚ ਇੱਕ ਹੋਇਆ ਹੈ ਅਤੇ ਉਹਦੇ ਪ੍ਰਚਾਰ ਦੇ ਰਾਹੀਂ, ਗਵਾਹ ਦੇ ਰਾਹੀਂ ਉਹ ਦੂਜੇ ਲੋਕਾਂ ਨੂੰ ਦੱਸਦਾ ਹੈ
ये खुदा सर्वोत्तम ਉੱਚਾ है। उस खुदा ਨੂੰ ਜਾਣੋ, ਉਹਦੇ ਦਰਬਾਰ ਵਿੱਚ ਜਾਵੋ, ਉਹਦੀ ਆਸੀਸ ਮੰਗੋ, ਉਹਦੇ ਉੱਤੇ ਈਮਾਨ ਰੱਖੋ। ਤੁਸੀਂ ਚੁਣੇ ਹੋਏ ਪ੍ਰਜਾ, ਕਦੇ ਵੀ ਤੁਸੀਂ ਡਾਵਾਡੋਲ ਨਹੀਂ ਹੋਵੋਗੇ, ਕਦੇ ਵੀ ਤੁਸੀਂ ਨਹੀਂ ਗਿਰੋਵੋਗੇ। ਕਿਉਂ ਜੋ ਜਿਹੜੇ ਪ੍ਰਭੂ ਖੁਦਾ ਨੇ ਤੁਹਾਨੂੰ ਸ਼ੁਰੂ ਤੋਂ ਚੁਣਿਆ ਹੈ, ਉਹ ਖੁਦਾ ਅੱਜ ਤੱਕ ਵੀ ਤੁਹਾਨੂੰ ਸੰਭਾਲਦਾ ਹੈ, ਸੁਰੱਖਿਅਤ ਰੱਖਦਾ ਹੈ। ਇਸ ਲਈ ਉਹ ਖੁਦਾ ਸੰਤ ਪਤਰਸ ਨੂੰ ਇਹ ਆਗਿਆ ਦੇ ਰਿਹਾ ਹੈ। ਜਦ ਪ੍ਰਭੂ ਯਿਸੂ ਮਸੀਹ ਨੇ ਆਦੇ ਪਾਕ ਅੰਜਿਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਮੱਤੀ ਦੀ ਅੰਜਿਲ 14 ਬਾਬ ਆਇਤ 22 ਤੋਂ ਲੈ ਕੇ 33 ਤੱਕ ਅਸੀਂ ਪੜ੍ਹਦੇ ਹਾਂ। ਇਸ ਸਮੁੰਦਰ ਦੇ ਪਾਣੀ ਦੇ ਉੱਤੇ ਉਹ ਚੱਲਦਾ ਹੈ, ਜੋ ਕਿਸ਼ਤ ਵਿੱਚ ਆ ਰਹੇ ਉਸ ਲੋਕਾਂ ਨੂੰ ਯਿਸੂ ਵੇਖਦਾ ਹੈ, ਉਹਨਾਂ ਦੇ ਚੇਲਿਆਂ ਨੂੰ ਵੇਖਦਾ ਹੈ। ਉਸ ਕਿਸ਼ਤ ਵਿੱਚ ਹੋਰ ਕਈ ਲੋਕ ਆ ਰਹੇ ਨੇ। तुझे पास तो वो वेख लिया है, डर गया है, पूत आ रिया है, लेकिन प्रभु की आवाज़ पहचान रहे हैं। और प्रभु पतरस नो आज्ञा दे रिया है, मंग कर रिया है, मेरे को लाओ। वो एकदम घबरा गया, डर गया, मैं किवें में इस समुद्र के पानी के उत्ते में चलांगा। लेकिन प्रभु दी वचन के मुताबिक उस उत्ते ईमान रखते हुए आगे जा रिया है। उत्ते जिमें वो जा रहा है, हवा चल रही है, अंधेरी पा रही है, डगमा गया, वो डूबने लगा और ऊंच आवाज नाल चिल्लाने लगा, प्रभु जी मैनू बचा। और प्रभु आखदा है, तुसी कट्टी ईमान वाले आदमी हो, क्यों थोड़ा ईमान किते, डरो नहीं, हौसला रख। और ਅਸੀਂ ਵੇਖਦੇ ਹਾਂ ਇਸ ਘਟਨਾ ਨੂੰ ਵੇਖ ਕੇ ਜਿਹੜੇ ਲੋਕ ਕਿਸ ਵਿੱਚ ਸੀ, ਉਹ ਇਹ ਸਾਰੇ ਘਟਨਾ ਨੂੰ ਵੇਖ ਕੇ कहने लगे, प्रभु की महिमा का दर्शन पाए हैं और वो दी आवाज़ पुकारने लगे, ये सचमुच खुदा दे बेटा। आओ प्यारियो, हर घटना, हर वेले, हर समा इस प्रकार दियां घटनावां ईमान पर यात्रा विच जो चमत्कार साढ़े जिंदगी दे विच भी हो रहा है, तुसी नहीं पहचान रहे हो। उस पहचान लई तुसी अपने आप ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਸੌਂਪੋ, ਪ੍ਰਭੂ ਦੇ ਨਾਲ ਜੁੜੇ ਰਹੋ, ਪ੍ਰਭੂ ਦੇ ਨਾਲ ਮੇਲ ਹੋ ਜਾਓ, ਜਿਹਦੇ ਰਾਗੀ ਜੋ ਉਹ ਕਹੇਗਾ ਉਹ ਤੁਸੀਂ ਕਰਨ ਲਈ ਤਿਆਰ ਹੋਣਾ ਹੈ। ਜਿਸ ਤਰ੍ਹਾਂ ਏਲੀਆ ਨਬੀ, रसूल पौलुस और अज संत रसूल पतरस किस तरह प्रभु की आवाज़ ਨੂੰ सुनिया है, प्रभु का दर्शन पाया है, प्रभु के नाल चलिया है, प्रभु के नाल मेल होया है, वो दे राह के अपने ईमान विच मजबूत होकर सच्चे खुदा की आराधना बंदगी विच शामिल होकर अज साढ़े लिए वो एक नमूना बन गए। असा सारे ईमान विच अगे वधन लिए साढ़े लिए एक प्रेरणा हो दे रही है। आओ प्यारे, इन दिनों के विच तुसी इस महामारी कोरोना वायरस के कारण अपने ईमान विच भी डावाडोल हो गए हो। यार याद रखो, ये वेले प्रभु के नाल जुड़े रहने का समा है। इधर आगे प्रभु सानू कुछ सिक्ख्या दे रहा है कि असी प्रभु तो दूर ना हो। असी ये सारे अनुभव कर लिया है, जो कुछ साढ़े कोल है वो बेकार है, 2-3 दिन रहेगा, तीजे दिन चला जाएगा, लेकिन एको ही साढ़े नाल रहेगा, वो है प्रभु दा दे, वो प्रभु दा दात, वही प्रभु दी आशीष कृपा। आओ प्यारियो, उस प्रभु दे नाल जुड़न लई प्रार्थना, इसलिए मैं शुरू विचों तुहानू आखिया है, जिहड़े खुदा ने अपने हत्थां दे नाल इस दुनिया नूं हिलाया है, तुसी अपने प्रार्थना में जिंदगी राज उस खुदा नूं तुसी हिला सकदे हो। कि तुसी अपने ईमान विच मजबूत होकर प्रार्थना करने के लिए तैयार हो। प्रार्थना करन दे राही ना केवल तुहाडे लई, तुसी दूजे लोकां दे लई भी प्रार्थना करदे रहो, जिहदे राही तुसी ओहदे नाल जीवन बिता सकोगे। इसलिए कलीसिया सानू मध्यस्थ प्रार्थना यानी इंटरसेसरी प्रेयर ओहदे बारे सिक्ख्या दिंदी है। आओ प्यारियो, तुसी तुहाडे लई सिर्फ नहीं सगों समूची लोकां दे लई दुआ करो। हर वेले हरदम असी ये सोचते हाँ प्रार्थना मेरे लिए है, मैं खुदा दे नाल गलबात करनी है। जरूर तुसी खुदा दे नाल तुसी गलबात कर रहे हो, लेकिन तुहाडा जो अंदरदम दिल विच
ਪੁਕਾਰ ਹੈ ਉਹ ਦੂਜੇ ਲੋਕਾਂ ਦੇ ਲਈ ਵੀ ਹੋਣਾ। ਆਓ ਪਿਆਰਿਓ, ਅਸੀਂ ਇਹ ਨਿਰਣੇ ਲਵਾਂਗੇ। ਪ੍ਰਭੂ ਦਾ ਦਰਸ਼ਨ ਪਾਉਣ ਲਈ ਤੁਸੀਂ ਚਾਹ ਰਹੇ ਹੋ, ਉਸ ਚਾਹ ਨੂੰ, ਉਸ ਇੱਛਾ ਨੂੰ, ਉਸ ਤੁਹਾਡੀ ਹਰੇਕ ਖੁਆਇਸ਼ ਨੂੰ ਉਹ ਪ੍ਰਭੂ ਹੀ ਜਾਣਦਾ। ਆਓ ਪਿਆਰਿਓ, ਪ੍ਰਭੂ ਦੇ ਹੱਥਾਂ ਦੇ ਵਿੱਚ ਸੌਂਪਦੇ ਹੋਏ ਸੰਤ ਪੌਲਸ ਦੇ ਜ਼ਰੀਏ ਅਸੀਂ ਉਸ ਸੱਚੇ ਪ੍ਰਭੂ ਦੀ ਮਹਿਮਾ ਨੂੰ ਪਾਉਣ ਲਈ, ਦਰਸ਼ਨ ਪਾਉਣ ਲਈ ਪ੍ਰਭੂ ਤੁਹਾਨੂੰ ਵੀ ਬੁਲਾਉਂਦਾ ਹੈ, ਮੈਨੂੰ ਵੀ ਸੱਦਿਆ ਹੈ, ਸਾਰਿਆਂ ਨੂੰ ਸੱਦਿਆ ਹੈ। ਉਸ ਆਵਾਜ਼ ਨੂੰ ਸੁਣ, ਉਸ ਆਵਾਜ਼ ਨੂੰ ਸੁਣਦੇ ਹੋਏ ਅਸੀਂ ਆਪਣੇ ਈਮਾਨ ਵਿੱਚ ਅੱਗੇ ਵਧੀਏ, ਪ੍ਰਾਰਥਨਾ ਵਿੱਚ ਸ਼ਾਮਿਲ ਹੋਵੇ, ਜਿਹਦੇ ਰਾਹੀਂ ਅਸੀਂ ਹਮੇਸ਼ਾ ਅੱਗੇ ਵਧਣ ਦੀ ਕਿਰਪਾ ਮੰਗਦੇ ਰਹੋ। ਜਿਹੜੇ ਪਰਿਵਾਰ ਇੱਕਮਿਕ ਹੋ ਕਰ ਦੁਆ ਕਰਦੇ ਹਨ ਉਹ ਇੱਕਮਿਕ ਰਹਿੰਦੇ ਹਨ। ਜਿਹੜੇ ਪਰਿਵਾਰ ਇੱਕਮਿਕ ਹੋ ਕਰ ਦੁਆ ਕਰਦੇ ਹਨ ਉਹ ਇੱਕਮਿਕ ਰਹਿੰਦੇ ਹਨ, ਇਕੱਠਾ ਰਹਿੰਦੇ ਹਨ। ਆਓ ਪਿਆਰਿਓ, ਅਸੀਂ ਕੋਸ਼ਿਸ਼ ਕਰੀਏ ਇਨ ਦਿਨਾਂ ਦੇ ਵਿੱਚ ਸਾਡੀਆਂ ਜੋ ਵੀ ਕਮੀਆਂ ਹੈ ਦੂਰ ਹੋਣ ਲਈ, ਸਾਡੀਆਂ ਖੂਬੀਆਂ ਅੱਗੇ ਵਧਣ ਲਈ ਪ੍ਰਭੂ ਦੇ ਅੱਗੇ ਦੁਆ ਕਰੋ ਔਰ ਈਮਾਨ ਵਿੱਚ ਮਜ਼ਬੂਤ ਹੋਣ ਲਈ ਦੁਆ ਕਰੋ, ਤਾਂ ਜੋ ਕੱਟੀ ਈਮਾਨ ਵਾਲੇ ਅਸੀਂ ਸਾਰੇ ਪ੍ਰਭੂ ਦੇ ਅੱਗੇ ਈਮਾਨ ਵਿੱਚ ਮਜ਼ਬੂਤ ਹੋ ਕੇ ਅਸੀਂ ਉਸ ਗਵਾਹ ਦੇ ਸਕੀਏ, ਪ੍ਰਭੂ ਹੀ ਸਾਡਾ ਹੈ, ਪ੍ਰਭੂ ਹੀ ਸਾਡਾ ਖੁਦਾਵੰਦ ਹੈ, ਸਾਨੂੰ ਮੁਕਤੀ ਦੇਣ ਵਾਲਾ ਹੈ, ਆਜ਼ਾਦ ਦੇਣ ਵਾਲਾ ਹੈ। ਪਾਪੋਂ ਤੋਂ ਮੁਕਤ ਹੋਣ ਲਈ ਪ੍ਰਭੂ ਦੇ ਅੱਗੇ ਆਸ਼ੀਸ਼ ਮੰਗੀਏ। ਮੈਂ ਤੁਹਾਡੇ ਲਈ ਦੁਆ ਕਰਦੇ ਹਾਂ, ਤੁਸੀਂ ਸਾਰਿਆਂ ਦੇ ਲਈ ਦੁਆ ਕਰਦੇ ਰਹੋ, ਤਾਂ ਜੋ ਅਸੀਂ ਇਕੱਠੇ ਹੋ ਕਰ, ਇੱਕਮਿਕ ਹੋ ਕਰ ਸੱਚੇ ਪ੍ਰਭੂ ਦੀ ਆਰਾਧਨਾ ਕਰਦੇ ਹੋਈਏ ਅਸੀਂ ਨਵੀਂ ਜ਼ਿੰਦਗੀ ਦੇ ਵੱਲ ਅੱਗੇ ਵਧਣ ਲਈ ਕਿਰਪਾ ਮੰਗੀਏ। ਪ੍ਰਭੂ ਤੁਹਾਨੂੰ ਬਰਕਤ ਦੇਵੇ, ਬਾਪ ਤੇ ਬੇਟੇ ਬਾਪ ਦੇ ਨਾਮ ਉਤੇ ਆਮੀਨ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ